ਭਵਿੱਖਬਾਣੀ ਅਤੇ ਜੋਤਿਸ਼ ਬਾਰੇ ਪ੍ਰਸ਼ਨ ਪੁੱਛਿਆ ਗਿਆ ਹੈ। ਵੱਖ-ਵੱਖ ਸਮਿਆਂ ਦੌਰਾਨ ਵੱਖ-ਵੱਖ ਵਿਅਕਤੀਆਂ ਨੇ ਕਈ ਭਵਿੱਖਬਾਣੀਆਂ ਕੀਤੀਆਂ। ਉਹਨਾਂ ਵਿੱਚੋਂ ਕਈ ਭਵਿੱਖਬਾਣੀਆਂ ਸੱਚੀਆਂ ਸਾਬਿਤ ਹੋਈਆਂ, ਕਈ ਭਵਿੱਖਬਾਣੀਆਂ ਝੂਠੀਆਂ ਸਾਬਿਤ ਹੋਈਆਂ। ਜੋ ਜੋਤਿਸ਼ ਸ਼ਾਸਤਰ ਨੂੰ ਸੱਚ ਮੰਨਦੇ ਹਨ ਉਹ ਸੱਚੀਆਂ ਹੋਈਆਂ ਭਵਿੱਖਬਾਣੀਆਂ ਦਾ ਹਵਾਲਾ ਦਿੰਦੇ ਹਨ, ਤੇ ਜਿਨ੍ਹਾਂ ਨੂੰ ਜੋਤਿਸ਼ ਸ਼ਾਸਤਰ ਵਿੱਚ ਵਿਸ਼ਵਾਸ ਨਹੀਂ ਹੈ ਉਹ ਉਹਨਾਂ ਭਵਿੱਖਬਾਣੀਆਂ ਦੀ ਚਰਚਾ ਕਰਦੇ ਹਨ ਜੋ ਸੱਚੀਆਂ ਸਾਬਿਤ ਨਹੀਂ ਹੋਈਆਂ। ਜੇ ਪਿੱਛੇ ਹੋਈਆਂ ਵੱਖ-ਵੱਖ ਭਵਿੱਖਬਾਣੀਆਂ ਦਾ ਅਧਿਐਨ ਕੀਤਾ ਜਾਏ, ਜੋਤਿਸ਼ ਸ਼ਾਸਤਰ ਦਾ ਅਧਿਐਨ ਕੀਤਾ ਜਾਏ, ਤਾਂ ਇਹ ਗੱਲ ਤਾਂ ਮੰਨਣੀ ਹੀ ਪਏਗੀ ਕਿ ਕੁਝ ਭਵਿੱਖਬਾਣੀਆਂ ਸੱਚੀਆਂ ਸਾਬਿਤ ਹੋਈਆਂ। ਲੇਕਿਨ ਸੱਚੀਆਂ ਸਾਬਿਤ ਹੋਈਆਂ ਭਵਿੱਖਬਾਣੀਆਂ ਦੀ ਵੀ ਇੱਕ ਵੱਖਰੇ ਢੰਗ ਦੇ ਨਾਲ ਵਿਆਖਿਆ ਕੀਤੀ ਜਾ ਸਕਦੀ ਹੈ। ਉਦਾਹਰਣ ਦੇ ਤੌਰ ਤੇ ਮੈਂ ਇੱਕ ਪਰਿਵਾਰ ਨੂੰ ਜਾਣਦਾ ਹਾਂ। ਉਹਨਾਂ ਦੀ ਲੜਕੀ ਦਾ ਵਿਆਹ ਨਹੀਂ ਸੀ ਹੋ ਰਿਹਾ। ਉਸ ਲੜਕੀ ਦੇ ਪਰਿਵਾਰ ਵਿੱਚ ਉਸ ਲੜਕੀ ਤੋਂ ਇਲਾਵਾ ਉਸਦੇ ਮਾਤਾ-ਪਿਤਾ ਅਤੇ 4 ਭਰਾ ਸਨ। ਲੜਕੀ ਦਾ ਵਿਆਹ ਵੀ ਨਹੀਂ ਹੋ ਰਿਹਾ ਸੀ ਔਰ ਘਰ ਦੀ ਆਰਥਿਕ ਸਥਿਤੀ ਵੀ ਅੱਛੀ ਨਹੀਂ ਸੀ। ਸਮਾਜ ਆਪਣੇ ਤੌਰ ਦੇ ਉੱਤੇ ਹੀ ਇਹ ਉਮੀਦ ਕਰਦਾ ਹੈ ਕਿ ਇੱਕ ਨਿਸ਼ਚਿਤ ਉਮਰ ਵਿੱਚ ਪਹੁੰਚ ਕੇ ਲੜਕੀ ਦੀ ਜਾਂ ਲੜਕੇ ਦੀ ਸ਼ਾਦੀ ਹੋ ਜਾਏਗੀ। ਜੇ ਉਸ ਉਮਰ ਤੱਕ ਸ਼ਾਦੀ ਨਾ ਹੋਈ ਹੋਵੇ, ਉਸ ਉਮਰ ਤੱਕ ਵਿਆਹ ਨਾ ਹੋ ਸਕੇ, ਤਾਂ ਸਮਾਜ ਦਾ ਦਬਾਅ ਮਾਂ-ਬਾਪ ਅਤੇ ਉਹ ਲੜਕਾ ਲੜਕੀ ਮਹਿਸੂਸ ਕਰਨ ਲੱਗਦੇ ਹਨ। ਉਹ ਲੜਕੀ ਵੀ ਵਿਆਹ ਦੀ ਉਮਰ ਤੋਂ ਉੱਪਰ ਨਿਕਲਦੀ ਜਾ ਰਹੀ ਸੀ, ਓਵਰਏਜ ਹੁੰਦੀ ਜਾ ਰਹੀ ਸੀ। ਮਾਂ-ਬਾਪ ਨੂੰ, ਪਰਿਵਾਰ ਨੂੰ ਇਸੇ ਗੱਲ ਦਾ ਹੋਰ ਵੀ ਜ਼ਿਆਦਾ ਬੋਝ ਮਹਿਸੂਸ ਹੁੰਦਾ ਸੀ। ਜਿਵੇਂ ਮੈਂ ਪਹਿਲਾਂ ਕਿਹਾ ਕਿ ਘਰ ਦੀ ਆਰਥਿਕ ਸਥਿਤੀ ਵੀ ਅੱਛੀ ਨਹੀਂ ਸੀ। ਉਹ ਤਾਂਤਰਿਕਾਂ ਦੇ ਚੱਕਰਾਂ ਵਿੱਚ ਪਏ। ਤਾਂਤਰਿਕਾਂ ਨੇ ਉਹਨਾਂ ਨੂੰ ਕੁਝ ਉਪਾਅ ਕਰਨ ਵਾਸਤੇ ਕਿਹਾ, ਉਹਨਾਂ ਨੇ ਕੁਝ ਉਪਾਅ ਕੀਤੇ। ਇੱਕ ਹੋਰ ਪਰਿਵਾਰ ਦਾ ਲੜਕਾ ਸੀ, ਉਸ ਦਾ ਰਿਸ਼ਤਾ ਹੋ ਕੇ ਟੁੱਟ ਗਿਆ। ਰਿਸ਼ਤਾ ਹੋ ਚੁੱਕਾ ਸੀ, ਮੰਗਣਾ ਹੋ ਚੁੱਕਾ ਸੀ, ਵਿਆਹ ਦੀ ਤਾਰੀਖ ਵੀ ਨਿਰਧਾਰਿਤ ਹੋ ਚੁੱਕੀ ਸੀ, ਲੇਕਿਨ ਲੜਕੀ ਵਾਲਿਆਂ ਨੇ ਕਿਸੇ ਗੱਲੋਂ ਜਵਾਬ ਦੇ ਦਿੱਤਾ। ਉਹ ਲੜਕਾ ਵਿਦੇਸ਼ ਵਿੱਚ ਨੌਕਰੀ ਕਰਦਾ ਸੀ। ਹੁਣ ਉਹਨਾਂ ਨੇ ਆਪਣੀ ਅਣਖ ਦਾ ਸਵਾਲ ਬਣਾ ਲਿਆ ਕਿ ਅਸੀਂ ਉਸ ਹੀ ਤਾਰੀਖ ਉੱਤੇ ਵਿਆਹ ਕਰਕੇ ਦਿਖਾਵਾਂਗੇ, ਕਿਸੇ ਹੋਰ ਲੜਕੀ ਦੇ ਨਾਲ ਰਿਸ਼ਤਾ ਕਰਕੇ। ਇੱਧਰ ਮੈਂ ਜਿਸ ਲੜਕੀ ਦੀ ਗੱਲ ਕੀਤੀ ਜਿਸ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਔਰ ਘਰ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ, ਕਿਸੇ ਵਿਚੋਲੇ ਨੇ ਵਿੱਚ ਪੈ ਕੇ ਉਹਨਾਂ ਨਾਲ ਗੱਲ ਕਰਵਾ ਦਿੱਤੀ। ਆਨਨ ਫਾਨਨ ਵਿੱਚ ਉਹਨਾਂ ਦੋਨਾਂ ਦਾ ਰਿਸ਼ਤਾ ਤੈਅ ਹੋ ਗਿਆ ਅਤੇ ਲੜਕੇ ਵਾਲਿਆਂ ਨੇ ਜੋ ਪਹਿਲੇ ਜਿੱਥੇ ਰਿਸ਼ਤਾ ਹੋਇਆ ਸੀ, ਜੋ ਉਸ ਵੇਲੇ ਵਿਆਹ ਦੀ ਤਾਰੀਖ ਨਿਰਧਾਰਿਤ ਕੀਤੀ ਸੀ, ਉਸੇ ਤਾਰੀਖ ਉੱਤੇ ਵਿਆਹ ਵੀ ਕਰ ਦਿੱਤਾ ਗਿਆ। ਵਿਆਹ ਵਿੱਚ ਜਿਵੇਂ ਕਿਵੇਂ ਕਰਕੇ ਵੀ ਰਿਸ਼ਤੇਦਾਰਾਂ ਨੇ, ਸੰਬੰਧੀਆਂ ਨੇ ਆਰਥਿਕ ਤੌਰ ਤੇ ਮਦਦ ਕੀਤੀ, ਜਿਸ ਨਾਲ ਉਹ ਆਪਣੇ ਦਹੇਜ ਦਾ ਸਮਾਨ ਵਗੈਰਾ ਖਰੀਦ ਸਕੇ ਤੇ ਲੜਕੀ ਦਾ ਵਿਆਹ ਕਰ ਸਕੇ। ਕੁਝ ਉਹਨਾਂ ਨੇ ਕਰਜ਼ਾ ਵੀ ਲਿਆ। ਹੁਣ ਤਾਂਤਰਿਕਾਂ ਨੇ, ਜੋਤਸ਼ੀਆਂ ਨੇ ਉਹਨਾਂ ਨੂੰ ਇਹ ਗੱਲ ਕਹੀ ਹੋਈ ਸੀ ਕਿ ਇਹ ਲੜਕੀ ਪਰਿਵਾਰ ਉੱਤੇ ਭਾਰੀ ਹੈ, ਇਸ ਕਰਕੇ ਇਸ ਦਾ ਵਿਆਹ ਨਹੀਂ ਹੋ ਰਿਹਾ ਔਰ ਜਿੰਨੀ ਦੇਰ ਇਹ ਇੱਥੇ ਰਹੇਗੀ ਪਰਿਵਾਰ ਦੀ ਆਰਥਿਕ ਹਾਲਤ ਵੀ ਸੁਧਰੇਗੀ ਨਹੀਂ। ਜਦੋਂ ਹੀ ਇਸ ਘਰ ਚੋਂ ਚਲੇ ਜਾਏਗੀ, ਇਸ ਦਾ ਵਿਆਹ ਹੋ ਜਾਏਗਾ, ਇਸ ਘਰ ਨੂੰ ਛੱਡ ਜਾਏਗੀ, ਇਸ ਘਰ ਦੀ ਸਥਿਤੀ ਵੀ ਕੁਝ ਸੁਧਰਨ ਲੱਗ ਜਾਏਗੀ। ਵਿਆਹ ਤੋਂ ਬਾਅਦ ਲੜਕੀ ਦੇ ਪੇਕੇ ਪਰਿਵਾਰ ਦੀ ਆਰਥਿਕ ਸਥਿਤੀ ਕੁਝ ਸੁਧਰਦੀ ਹੋਈ ਦਿਖੀ। ਉਸਦਾ ਇੱਕ ਭਰਾ ਵਿਦੇਸ਼ ਵਿੱਚ ਚਲਾ ਗਿਆ। ਉੱਥੇ ਉਹ ਚਾਹੇ ਥੋੜਾ ਸਮਾਂ ਹੀ ਰਿਹਾ, ਲੇਕਿਨ ਕੁਝ ਪੈਸਾ ਕਮਾ ਲਿਆਇਆ। ਬਾਕੀ ਭਰਾ ਵੀ ਛੋਟੀਆਂ-ਮੋਟੀਆਂ ਨੌਕਰੀਆਂ ਉੱਤੇ ਲੱਗੇ ਹੋਏ ਸੀ। ਔਰ ਇੱਕ ਤਾਂ ਪਹਿਲਾਂ ਹੀ ਲੜਕੀ ਦੇ ਵਿਆਹ ਤੋਂ ਪਹਿਲਾਂ ਹੀ ਨੌਕਰੀ ਤੇ ਲੱਗਿਆ ਹੋਇਆ ਸੀ, ਪਰ ਲੜਕੀ ਦੇ ਵਿਆਹ ਤੋਂ ਬਾਅਦ ਉਹਦੀ ਕੁਝ ਤਰੱਕੀ ਹੋ ਗਈ, ਉਸਨੂੰ ਕੁਝ 4 ਪੈਸੇ ਜ਼ਿਆਦਾ ਮਿਲਣ ਲੱਗ ਪਏ। ਦੂਜੇ ਪਾਸੇ ਲੜਕੀ ਜਿਸ ਲੜਕੇ ਨਾਲ ਵਿਆਹੀ ਗਈ ਸੀ, ਉਹ ਲੜਕਾ ਵਿਦੇਸ਼ ਵਿੱਚ ਨੌਕਰੀ ਕਰਦਾ ਸੀ। ਵਿਆਹ ਤੋਂ ਛੇਤੀ ਹੀ ਬਾਅਦ
उस लड़के दी विदेश तो वो नौकरी छुट गई। भारत वापस आके उसने कई जगह ते नौकरी लभण की कोशिश की। काफ़ी यत्नां बाद उसनूं दूर दराडे एक नौकरी मिली, लेकिन वो नौकरी वो ज्वाइन नहीं कर पाया। उस तो पहला ही उस लड़के दे छोटे भरा उत्ते इमीग्रेशन फ्रॉड का एक केस पै गया। अपने भरा दी सहायता वास्ते वो नौकरी नहीं ज्वाइन कर पाया ते मुकदमेबाजी विच उलझे अपने भरा दी मदद करन वास्ते उन्हें नौकरी का त्याग कर दिता। उसका भरा 3 महीने जेल विच रहा। 3 महीने बाद उसनूं जमानत मिली, केस चलता रहा। तो उस लड़की के घर वाले ने फिर नौकरी का दोबारा यत्न किया, फिर उसनूं नौकरी मिल गई, बच्चा भी हो गया एक। पर विआह तो 2.5 साल 3 साल दे विच उस लड़की का सोहरा बीमार पै के अखीर विच मर गया। घर की हालत कुछ वखरी जी हो गई। विआह वेले कुछ होर स्थिति सी, 3 साल दे विच ही घर की स्थिति, लड़की के सोहरे परिवार दे घर की स्थिति कुछ होर हो गई। मैं इस चीज़ का काफ़ी अध्ययन किया। मैं देखा कि लड़की की जो स्थिति सी, जो उसकी जन्म कुंडली अनुसार जो उसके पेके वाले महसूस करते सन या विश्वास करते सन, उन्होंने लड़के वालों वो चीज़ नहीं दसी कि लड़की भारी है, लड़की मंगलीक है या लड़की विच कोई होर भी दोष है। सब तो वड्डी गल ये कि लड़की लड़के तो उम्र विच कुछ ज़्यादा वड्डी सी। ये गल भी उन्होंने छुपाई लड़के वाले, क्योंकि किसी भी स्थिति दे विच उस तारीख उत्ते विआह करना ही चाहते सन। उन्होंने भी कोई बहुती देखभाल नहीं की, आनन फानन विच उन्होंने विआह कर लिया। जिवें कि मैं तुहानूं दस्सिया कि लड़की दे विआह तो बाद लड़की दे मायके की स्थिति सुधरनी शुरू हो गई, सोहरे घर की स्थिति बिगड़नी शुरू हो गई। ਜਿਹੜੇ ज्योतिष शास्त्र ਵਿੱਚ विश्वास रखते हैं वो इस उदाहरण ਨੂੰ ज्योतिष शास्त्र ਦੇ सच ਹੋਣ ਦੀ एक दलील वजों पेश कर सकते हैं। लेकिन इसका दूसरा पक्ष है कि जे तर्क ਦੇ ਨਾਲ इस सारे घटनाक्रम का विश्लेषण किया जाए तो सानू ये देखना पेगा कि लड़की का प्यो शुरू तो ही कामकार विच निकम्मा सी। उसकी कामकार विच कोई रुचि ही नहीं सी। इत्थों तक कि उहदे प्यो का जो विआह भी होया सी उस वेले भी वो कोई कामकार नहीं सी करदा। लड़की दे दादा दादी कोई सियाणे नहीं सन, बस उन्होंने इस गल का चाह सी कि असीं किसी तरीके नाल अपने पुत्र का विआह कर दईए, इहदा घर वसदा हो जाए, नहीं तो इहदे विआह की उम्र निकल गई तो साडा पुत्र कुआरा रह जाएगा, साडे पुत्र का विआह नहीं हो पाएगा। तो उन्होंने अपने निकम्मे पुत्र का ही विआह कर दिता। विआह तो बाद भी उसने कोई कामकार विच रुचि नहीं दिखाई, बल्कि शराब पीनी, सट्टा खेलना या इस तरह के ही कामाकारां दे विच अपने आप नूं उलझाई रखिया। इस समय दौरान उसके 5 बच्चे हुए, वड्डी कुड़ी, उस तो बाद 4 पुत्र। जिवें किवें करके पुत्र पढ़ते भी गए, वड्डियां क्लासां च होके उन्होंने होरना बच्चों नूं ट्यूशनां पढ़ा के, लड़की ने भी होरना बच्चों नूं ट्यूशनां पढ़ा के 4 पैसे इकट्ठे करने शुरू किए। घर का कुछ खर्चा तुरना शुरू हो गया। रिश्तेदारां की सहायता नाल, संबंधियों की सहायता दे नाल उन्होंने अपनी कुड़ी दे विआह का खर्चा किया। जदों कुड़ी विआह के सोहरे घर विच चले गई तद तक कुड़ी दे भरा वड्डे हो चुके सन। उन्होंने अपने कामकारां वाल ज़्यादा ध्यान देना शुरू किया। कुड़ी दा घर वाला, लड़कियां दा जीजा विदेश विच सी। उसने अपने किसी संपर्क के थ्रू लड़की दे वड्डे भरा नूं विदेश विच नौकरी दवा दी, जिथे वो चाहे थोड़ा चिर ही रहा लेकिन कुछ पैसा कमा के ले आया। उहदे नाल घर की हालत सुधर गई। घर के खर्चे भी उन्होंने अपने कुछ घटाए। लड़की का विआह होने करके उन्होंने दिमाग तो एक बोझ भी उतर गया। लड़के वड्डे हो गए,
ਵੱਡੇ ਹੋ ਗਏ ਤਾਂ ਕੁਝ ਨੌਕਰੀਆਂ ਵਿੱਚ ਥੋੜੀ ਥੋੜੀ ਤਰੱਕੀ ਕਰਦੇ ਗਏ। ਇਸ ਕਰਕੇ ਉਹਨਾਂ ਦੇ ਘਰ ਦੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਕੁਝ ਸੁਧਰ ਗਈ। ਦੂਜੇ ਪਾਸੇ ਲੜਕੇ ਦੇ ਘਰ ਨੂੰ ਦੇਖੀਏ ਤਾਂ ਇਸ ਚੀਜ਼ ਬਾਰੇ ਕੋਈ ਦਾਅਵਾ ਕਰਨਾ ਕਿ ਲੜਕੇ ਦਾ ਪਿਓ ਇਸ ਕਰਕੇ ਬਿਮਾਰ ਹੋਇਆ ਕਿਉਂਕਿ ਨੂੰਹ ਜਿਹੜੀ ਆਈ ਸੀ ਉਹ ਉਸ ਪਰਿਵਾਰ ਉੱਤੇ ਭਾਰੀ ਹੋ ਗਈ, ਉਸ ਪਰਿਵਾਰ ਵਾਸਤੇ ਬਦਸ਼ਗਨੀ ਲੈ ਕੇ ਆਈ, ਐਸਾ ਕਹਿਣਾ ਠੀਕ ਨਹੀਂ ਜਾਪਦਾ। ਅਗਰ ਐਸੀ ਗੱਲ ਹੁੰਦੀ ਤਾਂ ਸ਼ਾਇਦ ਉਹ ਇੰਨਾ ਸਮਾਂ ਵੀ ਨਾ ਜਿੰਦਾ, 2.5 ਸਾਲ 3 ਸਾਲ ਵੀ ਨਾ ਜਿੰਦਾ। ਕਿਸੇ ਵੀ ਵਜ੍ਹਾ ਕਰਕੇ ਉਹ ਬਿਮਾਰ ਪਿਆ ਅਤੇ 2.5 ਸਾਲ 3 ਸਾਲ ਦੇ ਵਿੱਚ ਲੜਕੀ ਦੇ ਸਹੁਰੇ ਦੀ ਮੌਤ ਵੀ ਹੋ ਗਈ। ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਲੜਕੀ ਦਾ ਦੇਵਰ ਵਿਆਹ ਤੋਂ ਬਾਅਦ ਹੀ ਮੁਕੱਦਮੇ ਵਿੱਚ ਫਸਿਆ, ਲੇਕਿਨ ਉਹ ਜਿਸ ਮੁਕੱਦਮੇ ਵਿੱਚ ਫਸਿਆ, ਜਿਸ ਇਮੀਗ੍ਰੇਸ਼ਨ ਫਰਾਡ ਕਰਕੇ ਫਸਿਆ, ਉਹ ਇਮੀਗ੍ਰੇਸ਼ਨ ਫਰਾਡ ਲੜਕੀ ਦੇ ਵਿਆਹ ਤੋਂ ਪਹਿਲਾਂ ਦਾ ਹੀ ਚੱਲ ਰਿਹਾ ਸੀ। ਐਸਾ ਨਹੀਂ ਕਿ ਲੜਕੀ ਦਾ ਵਿਆਹ ਹੋਇਆ ਉਸ ਘਰ ਦੇ ਵਿੱਚ ਤਾਂ ਜਾ ਕੇ ਉਸ ਘਰ ਦੇ ਛੋਟੇ ਮੁੰਡੇ ਨੇ ਕੋਈ ਫਰਾਡ ਵਾਲਾ ਕੰਮ ਕਰਨਾ ਸ਼ੁਰੂ ਕੀਤਾ। ਨਹੀਂ, ਉਹ ਫਰਾਡ ਆਲਰੇਡੀ ਚੱਲ ਹੀ ਰਿਹਾ ਸੀ ਜਿਸ ਵਿੱਚ ਉਸ ਲੜਕੇ ਨੇ ਫਸਣਾ ਸੀ, ਪਰ ਉਹ ਫਸਿਆ ਉਸ ਵੇਲੇ ਜਿਸ ਟਾਈਮ ਉਸ ਘਰ ਦੇ ਵਿੱਚ ਉਹ ਨੂੰਹ ਆ ਗਈ, ਉਹ ਬਹੂ ਆ ਗਈ। ਜਦੋਂ ਘਰ ਦੇ ਵਿੱਚ ਟੈਨਸ਼ਨ ਹੋਵੇ, ਤਣਾਅ ਹੋਵੇ ਤਾਂ ਆਰਥਿਕ ਸਥਿਤੀ ਵਿੱਚ ਵੀ ਫਰਕ ਪੈਂਦਾ ਹੈ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਇਸ ਸਾਰੇ ਘਟਨਾਕ੍ਰਮ ਨੂੰ ਜੇ ਗੌਰ ਨਾਲ ਵਿਚਾਰਿਆ ਜਾਏ ਤਾਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਲੜਕੀ ਦਾ ਮਾਇਕਾ ਪਰਿਵਾਰ, ਲੜਕੀ ਦਾ ਪੇਕਾ ਪਰਿਵਾਰ ਆਰਥਿਕ ਸਥਿਤੀ ਖਰਾਬ ਹੋਣ ਕਰਕੇ ਪਰੇਸ਼ਾਨ ਸੀ। ਤਾਂ ਉਸ ਦੀ ਵਜ੍ਹਾ ਇਹ ਸੀ ਕਿ ਘਰ ਦਾ ਮੁਖੀ ਉਸ ਲੜਕੀ ਦਾ ਪਿਓ ਕੰਮਕਾਰ ਕਰਕੇ ਰਾਜ਼ੀ ਨਹੀਂ ਸੀ। ਲੜਕੀ ਦੇ ਵਿਆਹ ਤੋਂ ਬਾਅਦ ਵੀ ਉਸਨੇ ਕੋਈ ਕੰਮ ਕਰਨਾ ਸ਼ੁਰੂ ਨਹੀਂ ਕੀਤਾ, ਲੇਕਿਨ ਤਦ ਤੱਕ ਉਸਦੇ ਆਪਣੇ ਬੇਟੇ, ਲੜਕੀ ਦੇ ਭਰਾ ਇੰਨੇ ਵੱਡੇ ਹੋ ਚੁੱਕੇ ਸਨ ਕਿ ਉਹ ਥੋੜਾ ਥੋੜਾ ਕਰਕੇ ਕਮਾਉਣ ਲੱਗ ਪਏ। 4 ਪੁੱਤਰ ਜੇ ਥੋੜਾ ਥੋੜਾ ਵੀ ਕਮਾ ਕੇ ਲੈ ਕੇ ਆਣ ਤਾਂ ਘਰ ਦੀ ਆਰਥਿਕ ਸਥਿਤੀ ਕੁਝ ਹੱਦ ਤੱਕ ਸੁਧਰ ਜਾਂਦੀ ਹੈ। ਦੂਜੇ ਪਾਸੇ ਲੜਕੀ ਜਿਸ ਸਹੁਰੇ ਪਰਿਵਾਰ ਦੇ ਵਿੱਚ ਗਈ, ਉਸ ਘਰ ਦਾ ਕਮਾਊ ਬੰਦਾ, ਜੋ ਉਸ ਘਰ ਦਾ ਮੇਨ ਬੰਦਾ ਜੋ ਕਮਾ ਰਿਹਾ ਸੀ, ਉਸ ਘਰ ਦਾ ਉਹ ਬੰਦਾ ਜੋ ਸਭ ਤੋਂ ਜ਼ਿਆਦਾ ਕਮਾ ਰਿਹਾ ਸੀ, ਉਹ ਬਿਮਾਰ ਪੈ ਗਿਆ ਅਤੇ ਫਿਰ ਉਸ ਦੀ ਮੌਤ ਹੋ ਗਈ। ਲੜਕਾ ਵਿਦੇਸ਼ ਤੋਂ ਵਾਪਿਸ ਆ ਗਿਆ। ਹੋ ਸਕਦਾ ਕਿ ਉਹ ਲੜਕੀ ਕਰਕੇ ਵਾਪਸ ਆ ਗਿਆ ਹੋਵੇ, ਉਹ ਆਪਣੀ ਪਤਨੀ ਤੋਂ ਦੂਰ ਨਾ ਰਹਿਣਾ ਚਾਹੁੰਦਾ ਹੋਵੇ, ਇਸ ਕਰਕੇ ਉਹ ਵਾਪਸ ਆ ਗਿਆ ਹੋਵੇ। ਉਸ ਲੜਕੀ ਦਾ ਦਿਓਰ ਜਿਸ ਕੇਸ ਵਿੱਚ ਫਸਿਆ, ਉਹ ਇਮੀਗ੍ਰੇਸ਼ਨ ਫਰਾਡ ਲੜਕੀ ਦੇ ਵਿਆਹ ਤੋਂ ਪਹਿਲਾਂ ਦਾ ਹੀ ਚੱਲ ਰਿਹਾ ਸੀ। ਸੋ ਨਿਸ਼ਚਿਤ ਰੂਪ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸਾਰਾ ਘਟਨਾਕ੍ਰਮ ਕਿਸੇ ਵੀ ਤਰੀਕੇ ਨਾਲ ਜੋਤਿਸ਼ ਸ਼ਾਸਤਰ ਨੂੰ ਸੱਚਾ ਸਿੱਧ ਕਰਦਾ ਹੋਵੇ। ਹਾਂ, ਇਹ ਗੱਲ ਵੀ ਕਹੀ ਜਾ ਸਕਦੀ ਹੈ ਕਿ ਸਾਰਾ ਘਟਨਾਕ੍ਰਮ ਇਹ ਵੀ ਸਿੱਧ ਨਹੀਂ ਕਰਦਾ ਕਿ ਜੋਤਿਸ਼ ਸ਼ਾਸਤਰ ਝੂਠਾ ਹੈ। ਜਿਨ੍ਹਾਂ ਲੋਕਾਂ ਨੂੰ ਜੋਤਿਸ਼ ਸ਼ਾਸਤਰ ਤੇ ਵਿਸ਼ਵਾਸ ਹੈ, ਉਹ ਵਿਸ਼ਵਾਸ ਹੁਣ ਤੱਕ ਬਣਿਆ ਹੋਇਆ ਹੈ, ਉਸ ਦੇ ਕੁਝ ਆਪਣੇ ਕਾਰਨ ਜ਼ਰੂਰ ਹੋਣਗੇ। ਜਿਹੜੇ ਲੋਕ ਜੋਤਿਸ਼ ਸ਼ਾਸਤਰ ਦੀ ਭਰੋਸੇਯੋਗਤਾ ਉੱਤੇ ਵਿਸ਼ਵਾਸ ਨਹੀਂ ਕਰਦੇ, ਉਹਨਾਂ ਕੋਲ ਵੀ ਆਪਣੇ ਕਾਰਨ ਹੋਣਗੇ ਤੇ ਉਹ ਕਾਰਨ ਹੁਣ ਤੱਕ ਬਣੇ ਹੋਏ ਹਨ। ਇਸ ਬਾਰੇ ਅਸੀਂ ਕੋਈ ਨਿਸ਼ਚਿਤ ਦਾਅਵਾ ਨਹੀਂ ਕਰ ਸਕਦੇ ਕਿ ਜੋਤਿਸ਼ ਸ਼ਾਸਤਰ ਬਿਲਕੁਲ ਹੀ ਸੱਚ ਹੈ ਜਾਂ ਜੋਤਿਸ਼ ਸ਼ਾਸਤਰ ਬਿਲਕੁਲ ਹੀ ਝੂਠ ਹੈ। ਹਾਂ, ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਵਿੱਚ ਕੁਝ ਸੱਚਾਈ ਹੋ ਸਕਦੀ ਹੈ ਔਰ ਇਸ ਦੇ ਬਾਰੇ ਵਿੱਚ ਕੀਤੇ ਜਾਂਦੇ ਬਹੁਤ ਸਾਰੇ ਦਾਅਵੇ ਝੂਠੇ ਹੋ ਸਕਦੇ ਹਨ।